ਪਿਆਰੇ ਬੱਚਿਓ, ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਪੜਾਂਗੇ ਪਾਠ ਨੰਬਰ 4 ਘੜੀ। ਸੋ ਘੜੀ ਬਾਰੇ ਤਾਂ ਤੁਸੀਂ ਸਾਰੇ ਬੱਚੇ ਜਾਣਦੇ ਹੀ ਹੋਵੋਗੇ। ਜਿਸ ਤਰ੍ਹਾਂ ਕਿ ਸਾਨੂੰ ਪਤਾ ਹੀ ਹੈ ਕਿ ਅਸੀਂ ਜਿਹੜਾ ਸਮਾਂ ਹੈ ਜਾਂ ਜਿਹੜਾ ਟਾਈਮ ਹੈ ਅਸੀਂ ਕਿਸ ਦੁਆਰਾ ਦੇਖਦੇ ਹਾਂ, ਘੜੀ ਦੇ ਉੱਪਰ ਦੇਖਦੇ ਹਾਂ ਕਿ ਕਿੰਨਾ ਟਾਈਮ ਹੋ ਗਿਆ ਹੈ ਨਾ। ਤੇ ਘੜੀ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਮਹੱਤਵ ਹੈ, ਠੀਕ ਹੈ, ਕਿਉਂਕਿ ਘੜੀ ਤੋਂ ਬਿਨਾਂ ਸਾਨੂੰ ਟਾਈਮ ਦੇਖਣਾ ਮੁਸ਼ਕਿਲ ਹੋ ਜਾਂਦਾ ਹੈ ਨਾ। ਤਾਂ ਅੱਜ ਆਪਾਂ ਇਸ ਕਵਿਤਾ ਦੇ ਵਿੱਚ ਘੜੀ ਬਾਰੇ ਪੜ੍ਹਾਂਗੇ ਕਿ ਕਿਸ ਤਰ੍ਹਾਂ ਸਾਨੂੰ ਸਮੇਂ ਦੀ ਜਿਹੜੀ ਕਦਰ ਕਰਨੀ ਚਾਹੀਦੀ ਹੈ ਅਤੇ ਵਾਧੂ ਸਮਾਂ ਨਹੀਂ ਗਵਾਉਣਾ ਚਾਹੀਦਾ, ਠੀਕ ਹੈ। ਸਮਾਂ ਕਿਸੇ ਲਈ ਵੀ ਵਾਪਸ ਕਦੇ ਨਹੀਂ ਮੁੜ ਕੇ ਆਉਂਦਾ ਅਤੇ ਇਸ ਲਈ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਆਓ ਆਪਾਂ ਪੜ੍ਹਦੇ ਹਾਂ ਕਵਿਤਾ। ਦੀਵਾਰ 'ਤੇ ਲੱਗੀ ਘੜੀ ਹਰਦਮ ਚਲਦੀ ਰਹਿੰਦੀ ਹੈ, ਚਲਦੀ ਰਹੇ ਇਹ ਦਿਨ ਰਾਤ, ਕਦੇ ਨਾ ਥੱਕ ਕੇ ਬਹਿੰਦੀ ਹੈ। ਤਾਂ ਕਵੀ ਕੀ ਕਹਿ ਰਿਹਾ ਹੈ ਕਿ ਜਿਹੜੀ ਘੜੀ ਹੈ ਸਾਡੀ ਦੀਵਾਰ 'ਤੇ ਲੱਗੀ ਹੋਈ ਹੈ ਅਤੇ ਉਹ ਕੀ ਹੈ, ਹਰਦਮ ਚਲਦੀ ਰਹਿੰਦੀ ਹੈ, ਦਿਨ ਰਾਤ ਚਲਦੀ ਰਹਿੰਦੀ ਹੈ। ਉਹ ਕਦੇ ਵੀ ਥੱਕ ਕੇ ਨਹੀਂ ਬੈਠਦੀ। ਹਰਦਮ ਮਿਹਨਤ ਕਰਨ ਦੀ ਰਾਹ ਸਾਨੂੰ ਇਹ ਦਿਖਾਉਂਦੀ ਹੈ, ਸਮੇਂ ਦਾ ਸਦਉਪਯੋਗ ਕਰਨਾ ਸਭ ਨੂੰ ਇਹ ਸਿਖਾਉਂਦੀ ਹੈ। ਕਿ ਜਿਹੜੀ ਸਾਡੀ ਘੜੀ ਹੈ ਸਾਡੀ ਦੀਵਾਰ ਦੇ ਉੱਪਰ ਲੱਗੀ ਹੋਈ ਹੈ, ਉਹ ਸਾਨੂੰ ਕੀ ਸੁਨੇਹਾ ਦਿੰਦੀ ਹੈ, ਸਾਨੂੰ ਮਿਹਨਤ ਕਰਨ ਦਾ ਸੁਨੇਹਾ ਦਿੰਦੀ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਹਾਸਿਲ ਕਰ ਸਕੀਏ। ਸਾਨੂੰ ਇਹ ਦਿਖਾਉਂਦੀ ਹੈ ਕਿ ਸਾਨੂੰ ਸਮੇਂ ਦਾ ਜਿਹੜਾ ਸਦਉਪਯੋਗ ਹੈ, ਸਹੀ ਵਰਤੋਂ ਸਮੇਂ ਦੀ ਕਰਨੀ ਚਾਹੀਦੀ ਹੈ। ਸਾਨੂੰ ਸਮਾਂ ਵਿਅਰਥ ਨਹੀਂ ਗਵਾਉਣਾ ਚਾਹੀਦਾ। ਸਹੀ ਸਮੇਂ 'ਤੇ ਉੱਠਣਾ ਸੌਣਾ, ਸਹੀ ਸਮੇਂ 'ਤੇ ਸਕੂਲ ਨੂੰ ਜਾਣਾ। ਬੱਚਿਓ, ਘੜੀ ਇਹੀ ਸਿਖਾਵੇ ਸਾਨੂੰ ਸਮੇਂ ਨੂੰ ਕਦੇ ਨਾ ਵਿਅਰਥ ਗਵਾਉਣਾ। ਘੜੀ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਸਮੇਂ 'ਤੇ ਉੱਠ ਜਾਣਾ ਚਾਹੀਦਾ ਹੈ ਔਰ ਰਾਤ ਨੂੰ ਸਮੇਂ 'ਤੇ ਹੀ ਸੌਂ ਜਾਣਾ ਚਾਹੀਦਾ ਹੈ। ਸੁਬਾਹ ਬੱਚਿਆਂ ਨੂੰ ਸੁਬਾਹ ਸਹੀ ਸਮੇਂ ਦੇ ਉੱਪਰ ਉੱਠ ਕੇ ਸਕੂਲ ਨੂੰ ਸਹੀ ਸਮੇਂ ਦੇ ਉੱਪਰ ਜਾਣਾ ਚਾਹੀਦਾ ਹੈ। ਸਾਨੂੰ ਘੜੀ ਇਹੀ ਸਿਖਾਉਂਦੀ ਹੈ ਕਿ ਸਾਨੂੰ ਜਿਹੜਾ ਆਪਣਾ ਸਮਾਂ ਹੈ, ਜੋ ਸਾਨੂੰ ਸਮਾਂ ਮਿਲ ਰਿਹਾ, ਉਹਨੂੰ ਸਾਨੂੰ ਕਦੇ ਵੀ ਵਿਅਰਥ ਨਹੀਂ ਗਵਾਉਣਾ ਚਾਹੀਦਾ। ਸਮਾਂ ਕਿਸੇ ਲਈ ਨਹੀਂ ਰੁਕਿਆ, ਨਾ ਹੀ ਕਦੇ ਹੈ ਰੁਕਣਾ। ਇੱਕ ਵਾਰ ਜੋ ਬੀਤ ਗਿਆ ਨਾ ਉਸ ਸਮੇਂ ਹੈ ਮੁੜਨਾ। ਤਾਂ ਕਵੀ ਕੀ ਕਹਿ ਰਿਹਾ ਕਿ ਜਿਹੜਾ ਇੱਕ ਵਾਰ ਸਮਾਂ ਲੰਘ ਜਾਂਦਾ ਹੈ ਉਹ ਕਦੇ ਵਾਪਸ ਨਹੀਂ ਆਉਂਦਾ। ਕਿਸੇ ਲਈ ਵੀ ਸਮਾਂ ਕਦੇ ਨਹੀਂ ਰੁਕਦਾ। ਸੋ ਇਸ ਲਈ ਸਾਨੂੰ ਸਾਡੇ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਆਪਾਂ ਦੇਖਦੇ ਹਾਂ ਨਾ ਕਿ ਜੋ ਇੱਕ ਵਾਰੀ ਟਾਈਮ ਬੀਤ ਜਾਂਦਾ ਉਹ ਵਾਪਸ ਕਦੇ ਨਹੀਂ ਮੁੜ ਕੇ ਆਉਂਦਾ। ਅਤੇ ਸਾਨੂੰ ਸਮੇਂ ਦੀ ਵਰਤੋਂ ਕਰਕੇ, ਸਦਉਪਯੋਗ ਕਰਕੇ ਆਪਣੇ ਜੀਵਨ ਦੇ ਜਿਹੜੇ ਸਾਰੇ ਕੰਮ ਆ ਉਹਨਾਂ ਨੂੰ ਸਮੇਂ ਸਿਰ ਕਰ ਲੈਣਾ ਚਾਹੀਦਾ ਹੈ। ਸਹੀ ਸਮੇਂ 'ਤੇ ਕੰਮ ਕਰਨ ਦਾ ਪਾਠ ਪੜ੍ਹਾਉਂਦੀ ਚੱਲਦੀ ਜਾਵੇ, ਜੋ ਵੀ ਸਮੇਂ ਦਾ ਲਾਭ ਉਠਾਵੇ ਉਹੀ ਸਫਲਤਾ ਨੂੰ ਛੂਹ ਪਾਵੇ। ਤਾਂ ਕਵੀ ਕਹਿੰਦਾ ਹੈ ਕਿ ਸਾਨੂੰ ਸਾਰੇ ਆਪਣੇ ਕੰਮਕਾਰ ਸਹੀ ਸਮੇਂ 'ਤੇ ਕਰਨੇ ਚਾਹੀਦੇ ਹੈ। ਸਾਨੂੰ ਇਹ ਪਾਠ ਪੜ੍ਹਾਉਂਦੀ ਹੈ ਕਿ ਸਾਨੂੰ ਆਪਣੇ ਕੰਮ ਸਮੇਂ 'ਤੇ ਕਰਨੇ ਚਾਹੀਦੇ ਆ, ਸਮੇਂ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਕਿ ਜਿਹੜਾ ਵੀ ਬੰਦਾ ਸਮੇਂ ਦਾ ਲਾਭ ਉਠਾਉਂਦਾ ਹੈ, ਆਪਣੇ ਸਾਰੇ ਕੰਮ ਸਹੀ ਸਮੇਂ 'ਤੇ ਕਰਦਾ ਹੈ, ਉਸ ਨੂੰ ਸਫਲਤਾ ਜ਼ਿੰਦਗੀ ਦੇ ਵਿੱਚ ਜ਼ਰੂਰ ਮਿਲਦੀ ਹੈ। ਸੋ ਇਹ ਸੀ ਸਾਡਾ ਪਾਠ ਘੜੀ। ਅਤੇ ਹੁਣ ਆਪਾਂ ਕਰਾਂਗੇ ਇਸ ਦਾ ਅਭਿਆਸ। ਔਖੇ ਸ਼ਬਦਾਂ ਦੇ ਅਰਥ। ਹਰਦਮ, ਹਮੇਸ਼ਾ, ਰਾਹ, ਰਸਤਾ, ਦਿਖਾਉਂਦੀ, ਮਾਰਗਦਰਸ਼ਨ ਕਰਨਾ, ਸਦਉਪਯੋਗ, ਸਹੀ ਵਰਤੋਂ, ਬੇਅਰਥ, ਬੇਕਾਰ, ਬੀਤ ਗਿਆ, ਲੰਘ ਗਿਆ, ਮੁੜਨਾ, ਵਾਪਿਸ ਆਉਣਾ। ਪਾਠ, ਸਬਕ, ਸਫਲਤਾ, ਜਿੱਤ। ਅੱਗੇ ਆ ਰਾਜੇ ਮੌਖਿਕ ਅਭਿਆਸ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਜ਼ਬਾਨੀ ਦਿਓ। ਘੜੀ ਕਿਸ ਕੰਮ ਆਉਂਦੀ ਹੈ? ਘੜੀ ਸਾਨੂੰ ਸਮਾਂ ਦੱਸਦੀ ਹੈ। ਘੜੀ ਚੱਲਦੇ ਸਮੇਂ ਕਿਸ ਤਰ੍ਹਾਂ ਦੀ ਆਵਾਜ਼ ਕਰਦੀ ਹੈ? ਟਿਕ ਟਿਕ ਦੀ। ਕਿਹੜੀ ਚੀਜ਼ ਕਿਸੇ ਲਈ ਨਹੀਂ ਰੁਕਦੀ? ਸਮਾਂ। ਜੋ ਸਮਾਂ ਇੱਕ ਵਾਰ ਬੀਤ ਗਿਆ ਤਾਂ ਕੀ ਦੁਬਾਰਾ ਵਾਪਸ ਆ ਸਕਦਾ ਹੈ? ਬਿਲਕੁਲ ਨਹੀਂ। ਕੀ ਤੁਸੀਂ ਆਪਣੇ ਸਮੇਂ ਦਾ ਸਦਉਪਯੋਗ ਕਰਦੇ ਹੋ? ਹਾਂਜੀ। ਅੱਗੇ ਰਾਜੇ ਬਹੁ ਵਿਕਲਪੀ ਪ੍ਰਸ਼ਨ MCQs। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਹੇਠਾਂ ਦਿੱਤੇ ਗਏ ਖਾਨਿਆਂ ਵਿੱਚੋਂ ਚੁਣੋ। ਘੜੀ ਕਿਵੇਂ ਚੱਲਦੀ ਹੈ? ਲਗਾਤਾਰ। ਘੜੀ ਕਿਹੜਾ ਰਾਹ ਦਿਖਾਉਂਦੀ ਹੈ? ਮਿਹਨਤ ਕਰਨ ਦਾ। ਸਾਨੂੰ ਹਰ ਕੰਮ ਕਦੋਂ ਕਰਨਾ ਚਾਹੀਦਾ ਹੈ? ਸਹੀ ਸਮੇਂ 'ਤੇ। ਸਮਾਂ ਕਿਸ ਲਈ ਰੁਕਦਾ ਹੈ? ਕਿਸੇ ਲਈ ਵੀ ਨਹੀਂ ਰੁਕਦਾ। ਸਮਾਂ ਕੀ ਮੰਨਿਆ ਜਾਂਦਾ ਹੈ? ਸਮਾਂ ਅਨਮੋਲ ਮੰਨਿਆ ਜਾਂਦਾ ਹੈ। ਅੱਗੇ ਰਾਜੇ ਲਿਖਤੀ ਅਭਿਆਸ। ਘੜੀ ਦਿਨ ਰਾਤ ਕੀ ਕਰਦੀ ਰਹਿੰਦੀ ਹੈ? ਘੜੀ ਦਿਨ ਰਾਤ ਚੱਲਦੀ ਰਹਿੰਦੀ ਹੈ। ਬੱਚਿਆਂ ਨੂੰ ਘੜੀ ਕੀ ਕਰਨਾ ਸਿਖਾਉਂਦੀ ਹੈ? ਬੱਚਿਆਂ ਨੂੰ ਘੜੀ ਸਮੇਂ ਸਿਰ ਸੌਣਾ, ਸਮੇਂ ਸਿਰ ਜਾਗਣਾ ਅਤੇ ਸਮੇਂ ਸਿਰ ਸਕੂਲ ਜਾਣਾ ਸਿਖਾਉਂਦੀ ਹੈ। ਪ੍ਰਸ਼ਨ ਅੱਗੇ ਤੀਜਾ। ਸਮੇਂ ਬਾਰੇ ਕੋਈ ਦੋ ਸੱਚੇ ਤੱਥ ਲਿਖੋ।
ਪਹਿਲਾ ਸਮਾਂ ਜੋ ਇੱਕ ਵਾਰ ਬੀਤ ਗਿਆ ਮੁੜ ਕੇ ਵਾਪਿਸ ਨਹੀਂ ਆਉਂਦਾ। ਦੂਸਰਾ, ਸਮਾਂ ਹਮੇਸ਼ਾ ਚੱਲਦਾ ਰਹਿੰਦਾ ਹੈ, ਨਾ ਹੀ ਕਿਸੇ ਲਈ ਰੁਕਿਆ ਹੈ ਤੇ ਨਾ ਹੀ ਕਦੇ ਰੁਕੇਗਾ। ਪ੍ਰਸ਼ਨ ਨੰਬਰ 4, ਕੌਣ ਸਫਲਤਾ ਨੂੰ ਪ੍ਰਾਪਤ ਕਰ ਸਕਦਾ ਹੈ? ਜੋ ਵਿਅਕਤੀ ਸਮੇਂ ਦੀ ਕਦਰ ਕਰਦਾ ਹੈ ਅਤੇ ਆਪਣੇ ਸਾਰੇ ਕੰਮ ਆਪਣੇ ਸਮੇਂ ਸਿਰ ਕਰਦਾ ਹੈ, ਸਿਰਫ ਉਹੀ ਵਿਅਕਤੀ ਸਫਲਤਾ ਪ੍ਰਾਪਤ ਕਰ ਸਕਦਾ ਹੈ। ਪ੍ਰਸ਼ਨ ਨੰਬਰ 5 ਹੈ, ਇਹ ਕਵਿਤਾ ਤੁਹਾਨੂੰ ਕੀ ਸਿੱਖਿਆ ਦਿੰਦੀ ਹੈ? ਉੱਤਰ ਹੈ ਇਸ ਦਾ ਰਾਜੇ, ਇਹ ਕਵਿਤਾ ਸਾਨੂੰ ਹਰ ਦਮ ਮਿਹਨਤ ਕਰਨ ਦਾ, ਸਮਾਂ ਵਿਅਰਥ ਨਾ ਗਵਾਉਣ ਦਾ ਅਤੇ ਸਮੇਂ ਦੇ ਪਾਬੰਦ ਬਣਨ ਦੀ ਸਿੱਖਿਆ ਦਿੰਦੀ ਹੈ। ਅੱਗੇ ਹੈ ਰਾਜੇ, ਹੇਠਾਂ ਦਿੱਤੀਆਂ ਖਾਲੀ ਥਾਵਾਂ ਦੀ ਪੂਰਤੀ ਖਾਨੇ ਵਿੱਚੋਂ ਸਹੀ ਸ਼ਬਦ ਚੁਣ ਕੇ ਕਰੋ। ਘੜੀ ਡੈਸ਼ ਉੱਤੇ ਲੱਗੀ ਹੋਈ ਹੈ, ਦੀਵਾਰ ਉੱਤੇ। ਡੈਸ਼ ਬਿਨਾਂ ਥੱਕੇ ਹਰਦਮ ਚੱਲਦੀ ਰਹਿੰਦੀ ਹੈ। ਘੜੀ, ਸਾਨੂੰ ਸਮਾਂ ਡੈਸ਼ ਨਹੀਂ ਗਵਾਉਣਾ ਚਾਹੀਦਾ, ਵਿਅਰਥ। ਇੱਕ ਵਾਰ ਬੀਤਿਆ ਸਮਾਂ ਡੈਸ਼ ਨਹੀਂ ਆਉਂਦਾ ਵਾਪਸ। ਸਮੇਂ ਦੀ ਕਦਰ ਕਰਨ ਵਾਲਾ ਡੈਸ਼ ਹੁੰਦਾ ਹੈ ਸਫਲ। ਤਾਂ ਅੱਗੇ ਪ੍ਰਸ਼ਨ ਨੰਬਰ 3, ਹੇਠ ਲਿਖੀਆਂ ਕਾਵਿ ਸਤਰਾਂ ਨੂੰ ਪੂਰਾ ਕਰਕੇ ਲਿਖੋ। ਹਰਦਮ ਮਿਹਨਤ ਕਰਨ ਦੀ ਰਾਹ ਸਾਨੂੰ ਇਹ ਦਿਖਾਉਂਦੀ ਹੈ। ਸਮੇਂ ਦਾ ਸਦਉਪਯੋਗ ਕਰਨਾ ਸਭ ਨੂੰ ਇਹ ਸਿਖਾਉਂਦੀ ਹੈ। ਸਮਾਂ ਕਿਸੇ ਲਈ ਨਹੀਂ ਰੁਕਿਆ, ਨਾ ਹੀ ਕਦੇ ਹੈ ਰੁਕਣਾ। ਇੱਕ ਵਾਰ ਜੋ ਬੀਤ ਗਿਆ, ਨਾ ਉਸ ਸਮੇਂ ਹੈ ਮੁੜਨਾ। ਤਾਂ ਅੱਗੇ ਹੈ ਰਾਜੇ, ਹੇਠਾਂ ਲਿਖੇ ਪੰਜਾਬੀ ਸ਼ਬਦਾਂ ਦੇ ਹਿੰਦੀ ਅਤੇ ਅੰਗਰੇਜ਼ੀ ਰੂਪ ਲਿਖੋ। ਪੰਜਾਬੀ ਰੂਪ ਘੜੀ, ਹਿੰਦੀ ਰੂਪ ਘੜੀ, ਘੜੀ ਔਰ ਅੰਗਰੇਜ਼ੀ ਰੂਪ ਕਲੌਕ। ਇਸੇ ਤਰ੍ਹਾਂ ਸਮਾਂ, ਸਮੇਂ, ਟਾਈਮ, ਵਿਅਰਥ, ਵਿਅਰਥ, ਵੇਸਟ, ਪਾਠ, ਪਾਠ, ਲੈਸਨ, ਸਫਲਤਾ, ਸਕਸੈਸ। ਅੱਗੇ ਹੈ ਵਿਆਕਰਨ। ਚੱਲ ਰਹੇ ਸਮੇਂ ਨੂੰ ਵਰਤਮਾਨ ਕਾਲ, ਬੀਤ ਚੁੱਕੇ ਸਮੇਂ ਨੂੰ ਭੂਤਕਾਲ, ਆਉਣ ਵਾਲੇ ਸਮੇਂ ਨੂੰ ਭਵਿੱਖਤ ਕਾਲ ਕਹਿੰਦੇ ਹਨ। ਹੇਠਾਂ ਹਰੇਕ ਕਾਲ ਨਾਲ ਸੰਬੰਧਿਤ 2-2 ਵਾਕ ਲਿਖੋ। ਵਰਤਮਾਨ ਕਾਲ, ਮੈਂ ਲਿਖ ਰਿਹਾ ਹਾਂ, ਮੈਂ ਖਾਣਾ ਖਾ ਰਿਹਾ ਹਾਂ। ਭੂਤਕਾਲ ਦੇ 2 ਵਾਕ ਦੇਖੋ, ਮੈਂ ਕੱਲ੍ਹ ਬਾਜ਼ਾਰ ਗਿਆ ਸੀ, ਮੈਂ ਕੱਲ੍ਹ ਮੈਦਾਨ ਵਿੱਚ ਖੇਡ ਰਿਹਾ ਸੀ। ਭਵਿੱਖਤ ਕਾਲ, ਮੈਂ ਕੱਲ੍ਹ ਨੂੰ ਸਕੂਲ ਜਾਵਾਂਗਾ, ਮੈਂ ਆਪਣੇ ਲਈ ਨਵੇਂ ਕੱਪੜੇ ਲੈ ਕੇ ਆਵਾਂਗਾ। ਸੋ ਇਹ ਸੀ ਸਾਡਾ ਅਭਿਆਸ। ਧੰਨਵਾਦ।